जय हिंद, जय भारत। न्यूज़ टीम 7 से मैं उर्वशी आप सभी दर्शकों का स्वागत करती हूं और मैं आज आप लोगों को ले आई हूं संयुक्त किसान मोर्चा हरियाणा किसान एकता डबवाली, जो कि कुइयां मलकाना टोल प्लाज़ा पर बहुत समय से, लगभग एक समय से बैठे हुए हैं। प्रधानमंत्री मोदी के कृषि कानूनों को वापस लेने के ऐलान को लेकर अगर अब सबकी नज़र बनी हुई है तो वो है किसानों के फैसले पर कि अब उनका क्या फ़ैसला होगा। क्या बॉर्डरों को खाली कर दिया जाएगा, क्या किसान वापस अपने घरों को लौट आएंगे, और इसी के साथ अब किसानों की सरकार के प्रति क्या प्रतिक्रिया रहेगी है तो वो किसानों के फैसले को लेकर बनी हुई है, क्योंकि ऐलान के बाद अभी तक किसानों की तरफ से कोई प्रतिक्रिया नहीं दी गई थी। लेकिन अब हरियाणा किसान एकता डबवाली के जो सभी संयुक्त किसान मोर्चा के सदस्य हैं वो इस वक्त हमारे साथ हैं। तो चलिए इस विषय पर बातचीत कर लेते हैं। बहुत सारे सवालात हमारे पास लोगों के आए थे तो उनके भी जवाब आज हम इनसे जान लेते हैं। बहुत बहुत स्वागत है सर आपका। धन्यवाद। सर, प्रधानमंत्री मोदी के ऐलान के बाद क्या प्रतिक्रिया है, कितने संतुष्ट है किसान इस बात से? देखो जी, ਅਸੀਂ ਤਾਂ ਇਹੀ ਕਹਿੰਦੇ ਆ ਕਿ ਮੋਦੀ ਨੂੰ ਸਮੱਤ ਬਖਸ਼ੀ ਧੰਨ ਗੁਰੂ ਨਾਨਕ ਦੇਵ ਜੀ ਨੇ ਤੇ ਜਿਨ੍ਹਾਂ ਨੇ ਆਪ ਦਾ ਫੈਸਲਾ ਬਦਲਿਆ, ਆਪਣੀ ਆਪ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਵਾਪਸ ਲੈਣਾ, ਇਹ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਕਿਸਾਨਾਂ ਦੀ। ਪਰ ਹਜੇ ਅਸੀਂ ਇਹ ਨਹੀਂ ਕਲੀਅਰ ਕਰ ਸਕਦੇ ਕਿ ਸਾਡੀ ਹਜੇ ਹੋਰ ਵੀ ਮੁੱਦੇ ਬਹੁਤ ਨੇ। MSP ਦਾ ਹੋਰ ਜਿੰਨੇ ਕੇਸ ਬਣਿਆ ਕਿਸਾਨਾਂ ਤੇ ਉਹਦੀ ਵਾਪਸੀ ਬਾਰੇ ਹਜੇ ਸੰਯੁਕਤ ਮੋਰਚੇ ਦੀ ਮੀਟਿੰਗ ਹੋਣੀ ਹੈ। ਸੰਯੁਕਤ ਮੋਰਚੇ ਦੀ ਪਹਿਲਾਂ ਆਪ ਦੀ ਮੀਟਿੰਗ ਹੋਊਗੀ, ਉਦੋਂ ਬਾਅਦ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ। ਤਾਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ। ਉਨੀ ਦੇਰ ਤੱਕ ਅਸੀਂ ਇਹਨੂੰ ਜਿੱਤ ਨਹੀਂ ਕਹਿ ਸਕਦੇ, ਨਾ ਹੀ ਅਸੀਂ ਕੋਈ ਜਸ਼ਨ ਮਨਾ ਸਕਦੇ ਹਾਂ। ਸਾਨੂੰ ਸੰਯੁਕਤ ਮੋਰਚੇ ਤੇ ਵਿਸ਼ਵਾਸ ਹੈ, ਜਿਵੇਂ ਵੀ ਸੰਯੁਕਤ ਮੋਰਚਾ ਫੈਸਲਾ ਕਰੂਗਾ ਤੇ ਸਹੀ ਕਰੂਗਾ, ਉਹਦੀ ਉਮੀਦ ਤੇ ਅਸੀਂ ਬੈਠੇ ਹਾਂ। ਜਿੰਨੀ ਦੇਰ ਤੱਕ ਸੰਯੁਕਤ ਮੋਰਚਾ ਐਲਾਨ ਨਹੀਂ ਕਰਦਾ ਨਾ ਜਿੱਤ ਦਾ, ਉਨੀ देर तक ਅਸੀਂ ਜਿੱਤ नहीं मान सकते इसमें। सर, बहुत सारे मुद्दे किसानों के साथ इंक्लूड हो गए थे, बहुत सारे गुटों ने उनका समर्थन किया। तो सर, सरकार के साथ था मनमुटाव इन कानूनों को लेकर, कानूनों को वापस करने का ऐलान हो गया है, तो अब क्या किसान उन समर्थनकारियों का भी समर्थन करेंगे? ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਹੋਰ ਸੰਗਠਨਾਂ ਨੇ ਸਮਰਥਨ ਕੀਤਾ ਸੀਗਾ, ਬਿਲਕੁਲ ਉਦੋਂ ਵੀ ਉਹਨਾਂ ਦਾ ਧੰਨਵਾਦ ਸੀ, ਜੀ ਆਇਆਂ ਨੂੰ ਸੀ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਕਾਨੂੰਨ ਰੱਦ ਦੀ, ਠੀਕ ਹੈ, ਪ੍ਰਧਾਨ ਮੰਤਰੀ ਜੀ ਨੇ ਐਲਾਨ ਕੀਤਾ ਇਹਦਾ, ਪਰ ਜਿਹੜਾ ਅਗਲਾ ਪਾਰਲੀਮੈਂਟ ਦਾ ਸੈਸ਼ਨ ਚੱਲਣਾ, ਜਦੋਂ ਇਹ ਕਾਨੂੰਨੀ ਤੌਰ ਦੇ ਉੱਤੇ ਰੱਦ ਹੋ ਜਾਣਗੇ ਤੇ ਸਾਡੀ ਜਿਹੜੀ ਵਾਰਤਾ ਵੀ ਹੈ ਕਿਸਾਨਾਂ ਦੀ ਉਹ ਸਰਕਾਰ ਦੇ ਨਾਲ ਹੋਣੀ ਹੈ। ਹਜੇ ਬਹੁਤ ਸਾਰੇ ਸਵਾਲ ਆ ਜਿਹੜੇ ਬੈਠ ਕੇ ਉਹਨਾਂ ਨਾਲ ਹੋਣੇ ਆ, ਤਾਂ ਉਸ ਤੋਂ ਬਾਅਦ ਸਾਡੀ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦੇ ਵਿੱਚ ਜੋ ਐਲਾਨ ਹੋਊਗਾ ਉਹੀ ਅਸੀਂ ਸਾਰੇ ਮੰਨਾਂਗੇ। ਤੇ ਜਿੱਥੋਂ ਤੱਕ ਜਿਹੜੀਆਂ ਦੂਜੀਆਂ ਸੰਸਥਾਵਾਂ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ, ਸਮਰਥਨ ਦਿੱਤਾ, ਤਾਂ ਇਹ ਨਹੀਂ ਹੈਗਾ ਵੀ ਇਹ ਕਿਸਾਨ ਸਿਰਫ ਆਪਦੇ ਮੁੱਦੇ ਲਈ ਸੀ, ਇਹ ਸਾਰੇ ਜਗਤ ਦਾ ਮੁੱਦਾ ਸੀਗਾ, ਹਰ ਇੱਕ ਵਰਗ ਦੀ ਲੜਾਈ ਸੀ। ਤਾਂ ਅੱਗੇ ਦੀਆਂ ਵੀ ਜਿਹੜੀਆਂ ਲੜਾਈਆਂ ਉਹ ਰਲ ਮਿਲ ਕੇ ਲੜੀਆਂ ਜਾਣਗੀਆਂ। ਬਾਕੀ ਜੋ ਵੀ ਇਹ ਸਰਕਾਰ ਝੁਕੀ ਹੈ, ਸਾਡੀਆਂ 750 ਤੋਂ ਵੱਧ ਜਿਹੜੀਆਂ ਸ਼ਹਾਦਤਾਂ ਹੋਈਆਂ ਇਹ ਉਹਨਾਂ ਨੂੰ ਸਮਰਪਿਤ। सर, टोल प्लाजा बंद कर दिए गए थे और किसान काफ़ी समय से, लगभग एक साल से वहाँ पर जो डेरा डालकर बैठे हुए थे, तो क्या अब किसान वापस आएंगे? क्या इन टोल प्लाजाओं को फिर से वैसे ही चालू कर दिया जाएगा? ਇਹ ਤਾਂ ਜੀ ਜੋ ਵੀ ਫੈਸਲਾ ਹੋਊ ਟੋਲ ਪਲਾਜ਼ੇ ਨੂੰ ਲੈ ਕੇ, ਇਹ ਸੰਯੁਕਤ ਕਿਸਾਨ ਮੋਰਚੇ ਦਾ ਹੀ ਫੈਸਲਾ ਸੀਗਾ ਟੋਲ ਪਲਾਜ਼ੇ ਬੰਦ ਕਰਨ ਦਾ। ਤਾਂ ਇਹ ਉੱਥੇ ਮੀਟਿੰਗ ਹੋਣੀ ਹੈ ਸੰਯੁਕਤ ਕਿਸਾਨ ਮੋਰਚੇ ਦੀ, ਉਸ ਦੇ ਵਿੱਚ ਜੋ ਫੈਸਲਾ ਲਿਆ ਜਾਊਗਾ ਉਹ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਮੰਨਾਂਗੇ, ਉਹਨਾਂ ਦੇ ਹੁਕਮ ਅਨੁਸਾਰ ਅਸੀਂ ਚੱਲਾਂਗੇ। सर, सबसे बड़ा सवाल इस वक्त जो बनकर आ रहा है कि चुनावों के से पहले सरकार की तरफ से इन कानूनों को रद्द किया गया है, तो मनमुटाव था इन कानूनों को लेकर, तो क्या अब किसान हैं वो बीजेपी सरकार का चुनावों में समर्थन करेंगे या नहीं? ਬਿਲਕੁਲ ਨਹੀਂ ਕਰਾਂਗੇ ਜੀ। ਬੀਜੇਪੀ ਦਾ ਸਮਰਥਨ ਤਾਂ ਅਸੀਂ ਕਦੇ ਵੀ ਨਹੀਂ ਕਰਾਂਗੇ, ਭਾਵੇਂ ਤਾਂ ਉਹ ਕਾਨੂੰਨ ਲਾਗੂ ਰੱਖਦੇ ਤੇ ਭਾਵੇਂ ਉਹਨਾਂ ਨੇ ਰੱਦ ਕਰਤੇ। ਪਰ ਅਸੀਂ ਇਹ ਐਲਾਨ ਕੀਤਾ ਸੀ ਸੰਯੁਕਤ ਮੋਰਚੇ ਨੇ ਕਿ ਜਿੰਨੀ ਦੇਰ ਤੱਕ ਸਾਡਾ ਅੰਦੋਲਨ ਚੱਲੂਗਾ ਉਨੀ ਦੇਰ ਤੱਕ ਤਾਂ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਜਾਂ ਕਿਸੇ ਦੇ ਪਾਰਟੀ ਦੇ ਪੱਖ 'ਚ ਨਹੀਂ ਖੜਾਂਗੇ। ਪਰ ਸਾਡਾ ਹਰਿਆਣਾ ਕਿਸਾਨ ਏਕਤਾ ਦਾ ਇੱਕ ਫੈਸਲਾ ਸੀ ਕਿ ਜਿੰਨੀ ਦੇਰ ਤੱਕ ਅੰਦੋਲਨ ਚੱਲੂਗਾ ਅਸੀਂ ਕਿਸੇ ਰਾਜਨੀਤਿਕ ਲੀਡਰ ਨੂੰ ਨਾ ਤਾਂ ਸਟੇਜ ਤੇ ਚੜ੍ਹਨ ਦੇਵਾਂਗੇ, ਨਾ ਅਸੀਂ ਕਿਸੇ ਰਾਜਨੀਤਿਕ ਲੀਡਰ ਦੇ ਨਾਲ ਸੰਬੰਧ ਰੱਖਾਂਗੇ। ਸਾਡਾ ਫੈਸਲਾ ਹਜੇ ਤੱਕ ਵੀ ਅਟੱਲ ਹੈ। ਜਿੰਨੀ ਦੇਰ ਤੱਕ ਸਾਡੇ ਕਿਸਾਨ ਵੀਰ ਉੱਥੋਂ ਸਾਰੀ ਕਾਰਵਾਈ ਹੋ ਕੇ ਆਪਣੇ ਆਪਣੇ ਘਰਾਂ ਨੂੰ ਤੱਕ ਨਹੀਂ ਆਉਂਦੇ, ਉਦੋਂ ਬਾਅਦ ਲੋਕਾਂ ਦਾ ਫੈਸਲਾ ਹੈ। ਲੋਕ ਕਿਸੇ ਨੂੰ ਸਮਰਥਨ ਦੇਣ ਜਾਂ ਨਾ ਦੇਣ, ਪਰ ਅਸੀਂ ਆਪਦੇ ਮੂੰਹੋਂ ਨਹੀਂ ਕਹਿਣਾ ਵੀ ਤੁਸੀਂ ਇਸ ਪਾਰਟੀ ਨੂੰ ਸਮਰਥਨ ਦਿਓ ਜਾਂ ਇਸ ਪਾਰਟੀ ਨੂੰ ਨਾ ਦਿਓ। ਸਾਡਾ ਫੈਸਲਾ ਉਹੀ ਰਹੂਗਾ ਕਿ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਦੇਣ ਖਾਤਰ ਅਸੀਂ ਕਿਸੇ ਬੰਦੇ ਨੂੰ ਸਿਫਾਰਿਸ਼ ਨਹੀਂ ਕਰਨੀ ਜੀ।
सर, यूथ का सबसे बड़ा योगदान रहता है चुनावों के समय में और सबसे बड़ा टारगेट सरकार का यही रहता है कि जो यूथ है उनके समर्थन में हो। तो सर, अब यूथ का क्या फैसला है? क्या वो पार्टी का समर्थन करेगा या नहीं? ਦੇਖੋ ਜੀ, ਜਿੱਥੋਂ ਤੱਕ ਗੱਲ ਤੁਸੀਂ ਚੁਣਾਵਾਂ ਦੀ ਕਰ ਰਹੇ ਹੋ, ਜਦੋਂ ਵੀ ਅਸੀਂ ਇਸ ਅੰਦੋਲਨ ਦੇ ਵਿੱਚ ਚੱਲੇ ਸੀ, ਹਰਿਆਣਾ ਕਿਸਾਨ ਏਕਤਾ ਡਾਵਾਲੀ ਦੀ ਟੀਮ ਜਦੋਂ ਤੋਂ ਚੱਲੀ ਸੀ, ਸਾਡਾ ਇਹ ਐਲਾਨ ਸੀ ਵੀ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਾਂਗੇ, ਕਿਸੇ ਸਿਆਸੀ ਪਾਰਟੀ ਦੇ ਬੰਦੇ ਨੂੰ ਸਟੇਜ ਤੇ ਨਹੀਂ ਆਉਣ ਦੇਵਾਂਗੇ। ਹਾਂ, ਜੇ ਕੋਈ ਅਸਤੀਫਾ ਦੇ ਕੇ ਆਉਂਦਾ ਤਾਂ ਉਹਨੂੰ ਅਸੀਂ ਜ਼ਰੂਰ ਬੈਠਣ ਦੇਵਾਂਗੇ। ਜਿਵੇਂ ਪਿਛਲੇ ਟਾਈਮ 'ਚ ਅਨੈਲੋ ਨੇਤਾ ਸੀਗੇ ਜਿਹੜੇ, ਉਹਨਾਂ ਨੇ ਅਸਤੀਫਾ ਦਿੱਤਾ ਤੇ ਢੋਲ ਤੇ ਆ ਕੇ ਵੀ ਗਏ, ਉਹਨਾਂ ਨੇ ਸਮਰਥਨ ਵੀ ਕੀਤਾ, ਦਿੱਲੀ ਦੇ ਬਾਰਡਰਾਂ ਤੇ ਵੀ ਗਏ। ਤਾਂ ਫਿਲਹਾਲ ਹਜੇ ਤਾਂ ਅਸੀਂ ਇੰਤਜ਼ਾਰ ਕਰਦੇ ਹਾਂ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜੋ ਮੀਟਿੰਗਾਂ ਹੋਣਗੀਆਂ, ਉਹਦੇ 'ਚ ਇਹ ਸਾਡੀਆਂ ਕਿੰਨੀਆਂ ਕੁ ਸ਼ਰਤਾਂ ਮੰਨਦੇ ਆ, ਅੱਗੇ MSP ਗਰੰਟੀ ਕਾਨੂੰਨ ਨੂੰ ਲੈ ਕੇ, ਜਾਂ ਜਿਹੜਾ MSP ਲਾਗੂ ਸੀਗਾ, ਇਹ ਵੀ ਇਹ 2-3 ਸਟੇਟਾਂ ਦੇ ਵਿੱਚ ਹੀ ਸੀਗਾ ਪੂਰੀ ਤਰ੍ਹਾਂ। ਜਿਹੜਾ UP ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਦੀ ਗੱਲ ਕਰੀਏ ਤਾਂ ਉੱਥੇ ਕਿਸਾਨਾਂ ਦਾ ਜਿਹੜਾ ਬੁਰਾ ਹਾਲ ਸੀ, ਉਹਨਾਂ ਮੁੱਦਿਆਂ ਤੇ ਹਜੇ ਗੱਲ ਹੋਣੀ ਬਾਕੀ ਆ। ਜਿਵੇਂ ਬਿਜਲੀ ਸੰਸ਼ੋਧਨ ਬਿੱਲ ਸੀ, ਉਹਦੇ ਤੇ ਗੱਲ ਹੋਣੀ ਬਾਕੀ ਆ। ਉਸ ਤੋਂ ਬਾਅਦ ਅਸੀਂ ਬੈਠ ਕੇ ਆਪਦੀਆਂ ਚਰਚਾਵਾਂ ਕਰਕੇ, ਜਿਵੇਂ ਪਿੰਡਾਂ ਦੇ ਸਾਥੀ ਜਿਹੜੇ ਸਾਡੇ ਨਾਲ ਜੁੜੇ ਹੋਏ ਸੀਗੇ, ਉਹ ਸਾਰਾ ਸਹਿਮਤੀ ਨਾਲ ਅੱਗੇ ਫੈਸਲਾ ਲੈ ਕੇ ਚੱਲਿਆ ਜਾਣਾ। ਬਾਕੀ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਸਾਡੇ ਨਾਲ ਨਾਤਾ ਨਹੀਂ ਹੈਗਾ। ਤੇ ਜਿਹੜਾ ਕੱਲ੍ਹ ਪ੍ਰਧਾਨ ਮੰਤਰੀ ਜੀ ਦਾ ਐਲਾਨ ਹੋਇਆ ਕਿ ਅਸੀਂ ਇਹਨਾਂ ਤਿੰਨੇ ਕਾਨੂੰਨਾਂ ਨੂੰ ਵਾਪਸ ਲਵਾਂਗੇ, ਇਹਨਾਂ ਨੂੰ ਕਾਨੂੰਨੀ ਰੂਪ ਦੇ ਵਿੱਚ ਰੱਦ ਵੀ ਕਰਾਂਗੇ ਅਗਲੇ ਸੈਸ਼ਨ ਦੇ ਵਿੱਚ। ਇਹਦੇ ਲਈ ਅਸੀਂ ਸਾਡੇ ਡਾਵਾਲੀ ਹਲਕੇ ਦੇ, ਸਾਡੇ ਸਰਸੇ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਵੀਰ ਭਰਾ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਸਪੋਰਟ ਕੀਤੀ, ਦੁਨੀਆ ਦੇ ਹਰ ਵਰਗ ਨੇ ਜਿਹੜੇ ਨੇ ਇਸ ਅੰਦੋਲਨ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੇ ਸਮਰਥਨ ਕੀਤਾ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅੱਗੇ ਵਾਸਤੇ ਵੀ ਸਾਡੇ ਹੌਸਲੇ ਬੁਲੰਦ ਹੋਏ ਨੇ, ਲੋਕਤੰਤਰ ਦੀ ਜਿੱਤ ਹੋਈ ਆ। ਅੱਗੇ ਵੀ ਜੋ ਇਹੋ ਜਿਹੀ ਕਿਤੇ ਭੀੜ ਪਊਗੀ ਤਾਂ ਸਾਰੇ ਅਸੀਂ ਇਕੱਠੇ ਹੋ ਕੇ ਇਸੇ ਤਰ੍ਹਾਂ ਲੜਾਈ ਨੂੰ ਲੜੀਏ ਤੇ ਜਿੱਤੀਏ। तो बहुत बड़ा जो मुद्दा बना हुआ था इन कृषि कानूनों को लेकर, सभी गुटों ने, पूरे भारतवर्ष ने और इसी के साथ विदेशी जो लोग हैं उन्होंने भी किसानों का भरपूर समर्थन किया और उन्होंने आज उनका धन्यवाद भी किया। तो किसानों की अभी तक कोई बैठक नहीं हुई है। प्रधानमंत्री मोदी के इस फैसले के बाद अभी तक किसानों के बीच में इस विषय को लेकर चर्चा है और उनका कहना है कि केवल इन 3 कृषि कानूनों को लेकर नहीं, उनकी जो बाकी मांगे थी उन पर भी वो पहले बैठकर इस पर विचार विमर्श करेंगे, वार्तालाप होगा। अगर वो संतुष्ट होंगे तो किसान वहां से वापस लौटेंगे। इसके अलावा उन्होंने कहा है कि जहां तक रही चुनावों की बात, तो उस पर भी अभी तक उनका कोई फैसला नहीं हुआ है और वो किसी पार्टी का ना तो समर्थन करने की बात कर रहे हैं, ना ही उसके खिलाफ जाने की बात कर रहे हैं। किसानों का मेन मुद्दा था किसानों के हकों को लेकर, तो उस पर किसानों ने अपने जो हक थे उसके लिए प्रधानमंत्री मोदी के यहाँ, और आप कह सकते हैं कि दिल्ली में 1 साल तक लगभग किसान अपनी मांगों को लेकर बैठे हुए थे और उन्होंने अब विजय भी हासिल की है। और प्रधानमंत्री मोदी के फैसले के बाद अब किसानों का क्या फैसला होगा, ये सबसे बड़ा सवाल बनता है। तो इसी तरह की लाइव कवरेज के साथ हम आपको जोड़कर रखेंगे। किसानों का जो भी फैसला होगा वो हम आपके तक सीधे लेकर आएंगे। तो इसी तरह की एक्सक्लूसिव खबरों को जानने के लिए हमारा चैनल न्यूज़ टीम 7 से आप इसी तरह से जुड़े रहे। आपके साथ